ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਉਪਦੇਸ਼ ਜੋ 12 ਮਹਾਮਾਜ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਆ ਹੈ। ਪੰਜਾਬੀ ਦੇ ਵਿੱਚ ਕਿਉਂਕਿ ਇਸ ਨੂੰ ਫੱਗਣ ਦਾ ਮਹੀਨਾ ਆਖਿਆ ਜਾਂਦਾ ਹੈ, ਗੁਰਬਾਣੀ ਦੇ ਵਿੱਚ ਇਹਨੂੰ ਫਲਗੁਣ ਲਿਖਿਆ ਹੈ। ਔਰ ਜਦੋਂ ਅਸੀਂ ਇਸ ਬਾਣੀ ਨੂੰ ਸਮਝਣਾ ਹੁੰਦਾ ਹੈ, ਉਹਦੇ ਵਿੱਚ ਬਾਹਰ ਦੇ ਮੌਸਮ ਦਾ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਜਿਵੇਂ ਕਿ ਸਰਦੀ ਦੀ ਰੁੱਤ ਨਿਕਲ ਜਾਣ ਤੋਂ ਬਾਅਦ ਇਹਨਾਂ ਦਿਨਾਂ ਦੇ ਵਿੱਚ ਜੋ ਸਵੇਰ ਵੇਲੇ ਦੀ ਧੁੱਪ ਲੱਗਦੀ ਹੈ, ਉਸ ਧੁੱਪ ਦਾ ਨਿੱਘ ਜਿਹੜਾ ਹੈ ਉਹ ਮਨ ਨੂੰ ਇੱਕ ਸਰੀਰ ਨੂੰ ਇੱਕ ਸਕੂਨ ਦਿੰਦਾ ਹੈ, ਇੱਕ ਆਨੰਦ ਦਿੰਦਾ ਹੈ। ਔਰ ਇਸੇ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਇਸ ਮੌਸਮ ਦੇ ਵਿੱਚ ਇਸ ਮੌਸਮ ਦਾ ਆਨੰਦ ਮਾਣਨ ਦੇ ਲਈ ਕੁਝ ਤਿਉਹਾਰ ਰੱਖੇ ਗਏ ਨੇ, ਜਿਨ੍ਹਾਂ ਦੇ ਵਿੱਚੋਂ ਹੋਲੀ ਦਾ ਤਿਉਹਾਰ ਸਭ ਤੋਂ ਵਧੇਕ ਸਭ ਤੋਂ ਵੱਧ ਪ੍ਰਚਲਿਤ ਹੈ। ਔਰ ਜਿਸ ਤਰੀਕੇ ਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਸਿਆਲ ਦੀ ਰੁੱਤ ਸਰਦੀ ਦੀ ਰੁੱਤ ਨਿਕਲਣ ਤੋਂ ਬਾਅਦ ਲੋਕ ਖੁਸ਼ੀਆਂ ਮਨਾਉਂਦੇ ਨੇ, ਹੋਲੀਆਂ ਮਨਾਉਂਦੇ ਨੇ ਔਰ ਰੰਗ ਬਿਰੰਗੇ ਤਰੀਕਿਆਂ ਦੇ ਨਾਲ ਵੱਖ-ਵੱਖ ਤਰੀਕਿਆਂ ਦੇ ਨਾਲ ਇਸ ਤਿਉਹਾਰ ਨੂੰ ਮਨਾਉਂਦੇ ਨੇ। ਅਤੇ ਆਪਣੇ ਅੰਦਰ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਜਿੱਦਾਂ ਸਾਨੂੰ ਇਹ ਕਰਕੇ ਮਜ਼ਾ ਆ ਰਿਹਾ ਹੈ, ਆਨੰਦ ਆ ਰਿਹਾ ਹੈ, ਸਕੂਨ ਆ ਰਿਹਾ ਹੈ। ਪਰ ਆਤਮਿਕ ਤੌਰ 'ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜਦੋਂ ਸਾਨੂੰ ਇਸ ਗੱਲ ਨੂੰ ਸਮਝਾਉਂਦੇ ਨੇ ਅਤੇ ਹਜ਼ੂਰ ਕਹਿੰਦੇ ਨੇ, ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਅਸਲ ਦੇ ਵਿੱਚ ਉਹਨਾਂ ਗੁਰਮੁਖਾਂ ਦੇ, ਉਹਨਾਂ ਜੀਵ ਇਸਤਰੀਆਂ ਦੇ ਮਨ ਦੇ ਵਿੱਚ ਆਨੰਦ ਪੈਦਾ ਹੁੰਦਾ ਹੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ, ਦਿਲ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆ ਕੇ ਵਸ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ। ਹੋਲੀ ਦੇ ਵਿੱਚੋਂ ਆਨੰਦ, ਰੰਗਾਂ ਦੇ ਵਿੱਚੋਂ ਆਨੰਦ, ਵੱਖ-ਵੱਖ ਤਮਾਸ਼ਿਆਂ ਦੇ ਵਿੱਚੋਂ ਉਹ ਆਨੰਦ ਨਹੀਂ ਮਾਣਦੇ। ਉਹਨਾਂ ਲਈ ਆਨੰਦ ਇਹ ਹੈ ਜਦੋਂ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਅੰਦਰ ਆ ਕੇ ਪ੍ਰਗਟ ਹੋ ਜਾਂਦਾ ਹੈ। ਔਰ ਉਹ ਪ੍ਰਗਟ ਕਿੱਦਾਂ ਹੁੰਦਾ ਹੈ? ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਸੰਤ ਨੇ ਉਹ ਰੱਬ ਦੇ ਨਾਲ ਮਿਲਾਉਣ ਦੇ ਵਿੱਚ ਸਹਾਇਕ ਹੁੰਦੇ ਨੇ। ਉਹਨਾਂ ਨੇ ਕਿਰਪਾ ਕਰਕੇ ਅਤੇ ਉਹਨਾਂ ਗੁਰਮੁਖਾਂ ਨੂੰ ਰੱਬ ਦੇ ਨਾਲ ਜੋੜਿਆ ਹੈ। ਭਾਵ ਕਿ ਜੇ ਉਹਨਾਂ ਦੇ ਮਨ ਦੇ ਅੰਦਰ ਆਨੰਦ ਪੈਦਾ ਹੋਇਆ ਹੈ, ਉਹ ਗੁਰਮੁਖਾਂ ਦੀ, ਸਾਧੂ ਜਨਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਹੋਇਆ ਹੈ ਕਿ ਉਹਨਾਂ ਸੰਤ ਜਨਾਂ ਨੇ ਉਹਨਾਂ ਨੂੰ ਰਾਮ ਦੇ ਨਾਲ ਜੋੜ ਦਿੱਤਾ ਹੈ। ਅਤੇ ਫਿਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤਬਦੀਲੀ ਕੀ ਆਉਂਦੀ ਹੈ? ਸੇਜ ਸੁਹਾਵੀ ਸਰਬ ਸੁੱਖ ਹੁਣ ਦੁੱਖਾ ਨਾ ਹੀ ਜਾਏ। ਉਹਨਾਂ ਦਾ ਜਿਹੜਾ ਦਿਲ ਹੈ ਉਹ ਬੜਾ ਸੋਹਣਾ ਬਣ ਜਾਂਦਾ ਹੈ, ਹਿਰਦਾ ਸੋਹਣਾ ਬਣ ਜਾਂਦਾ ਹੈ। ਨਾਲ ਫਿਰ ਸੁੱਖ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆ ਜਾਂਦੇ ਨੇ, ਕਿਉਂਕਿ ਮਾਲਕ ਆ ਗਿਆ ਅਤੇ ਸਾਰੇ ਸੁੱਖ ਆਪਣੇ ਆਪ ਹੀ ਆ ਗਏ। ਦੁੱਖਾਂ ਨਾ ਹੀ ਜਾਏ, ਹੁਣ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦੁੱਖਾਂ ਦੀ ਕੋਈ ਥਾਂ ਹੀ ਨਹੀਂ ਬਚਦੀ। ਭਾਵ ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਹੋ ਗਿਆ ਅਤੇ ਫਿਰ ਦੁੱਖ ਕਿਹੜੀ ਗੱਲ ਦਾ ਹੈ, ਜਿਹਨੂੰ ਹਜ਼ੂਰ ਕਹਿੰਦੇ ਨੇ, ਨਸ ਵੰਝੋ ਕਿਲ ਵਿਖੋ ਕਰਤਾ ਕਰ ਆਇਆ ਅਤੇ ਦੂਤਹਿ ਦਹਿਨ ਭਇਆ ਗੋਬਿੰਦ ਪ੍ਰਗਟਾਇਆ। ਜਦੋਂ ਗੋਬਿੰਦ ਪ੍ਰਗਟ ਹੋ ਗਿਆ ਹੈ ਅਤੇ ਫਿਰ ਆਪਣੇ ਆਪ ਹੀ ਇਹ ਜਿਹੜੇ ਮਾੜੇ ਦੁੱਖ ਨੇ ਇਹ ਸਾਰੇ ਹੀ ਖਤਮ ਹੋ ਗਏ, ਇਹਨਾਂ ਦੀ ਥਾਂ ਹੀ ਨਹੀਂ ਬਚੀ। ਇਛ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ। ਸਮਝ ਲਓ ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਦਿਲ ਦੇ ਵਿੱਚ ਆ ਕੇ ਪ੍ਰਗਟ ਹੋ ਗਏ ਅਤੇ ਗੁਰਮੁਖ ਇਸਤਰੀ ਜਦੋਂ ਉਸ ਨੇ ਅਕਾਲ ਪੁਰਖ ਵਾਹਿਗੁਰੂ ਵਰ ਨੂੰ ਪਾ ਲਿਆ ਹੈ ਅਤੇ ਉਹਦੀ ਇੱਛਾ ਪੂਰੀ ਹੋ ਗਈ। ਭਾਵ ਕਿ ਉਹਦੀ ਇੱਛਾ ਵੀ ਇਹ ਸੀ ਕਿ ਅਕਾਲ ਪੁਰਖ ਵਾਹਿਗੁਰੂ ਮਿਲ ਪਵੇ ਅਤੇ ਉਸ ਨੂੰ ਵਰ ਦੇ ਰੂਪ ਦੇ ਵਿੱਚ ਜਦੋਂ ਪਾ ਲਿਆ ਹੈ ਅਤੇ ਉਸ ਗੁਰਮੁਖ ਦੀ ਇੱਛਾ ਪੂਰੀ ਹੋ ਗਈ ਹੈ। ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ। ਅਤੇ ਜਿੱਦਾਂ ਕਿਸੇ ਬੱਚੀ ਨੂੰ ਆਪਣੇ ਵਿਆਹ ਦਾ ਇੱਕ ਚਾਅ ਹੁੰਦਾ ਹੈ, ਜਦੋਂ ਜਿਸ ਗੁਰਮੁਖ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਮਿਲ ਜਾਂਦੇ ਨੇ, ਮਿਲ ਸਹੀਆਂ, ਉਹ ਗੁਰਮੁਖ ਸੰਗਤ ਸਖੀਆਂ ਸਹੇਲੀਆਂ ਦੇ ਨਾਲ, ਗੁਰਮੁਖ ਜਨਾਂ ਦੇ ਨਾਲ ਮਿਲ ਕੇ ਅਤੇ ਮੰਗਲ ਦਾ ਭਾਵ ਹੈ ਖੁਸ਼ੀ ਦੇ ਗੀਤ ਉਹ ਗਾਉਂਦੀਆਂ ਨੇ। ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਦੀ ਬਾਣੀ ਉਹ ਇਹਨਾਂ ਦਿਨਾਂ ਦੇ ਵਿੱਚ ਪੜ੍ਹਦੀਆਂ ਨੇ, ਜਦੋਂ ਉਹਨਾਂ ਦਾ ਮਿਲਾਪ ਵਾਹਿਗੁਰੂ ਦੇ ਨਾਲ ਹੋ ਜਾਂਦਾ ਹੈ। ਹਰ ਜਿਹਾ ਅਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ। ਅਤੇ ਉਹਨਾਂ ਨੂੰ ਫਿਰ ਹਰੀ ਤੋਂ ਬਿਨਾਂ ਉਸ ਦੀ ਬਰਾਬਰੀ ਦਾ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ ਹੈ।
ਜਿਸ ਦੀ ਉਸਤਤ ਉਹ ਕਰਦੀਆਂ ਨੇ ਉਹ ਸਭ ਤੋਂ ਬੇਅੰਤ ਹੈ। ਕੋਈ ਦੂਜਾ ਉਹਦੀ ਬਰਾਬਰੀ ਕਰਨ ਦੇ ਜੋਗਾ ਵੀ ਨਹੀਂ, ਕੋਈ ਦੂਜਾ ਉਹਦੇ ਵਰਗਾ ਉਹਨਾਂ ਨੂੰ ਨਜ਼ਰ ਵੀ ਨਹੀਂ ਆਉਂਦਾ। ਅਤੇ ਅਕਾਲ ਪੁਰਖ ਵਾਹਿਗੁਰੂ ਨੇ ਕੀ ਕੀਤਾ ਹੈ, ਹਲਤ ਪਲਤ ਸਵਾਰਿਓਨ ਨਿਹਚਲ ਦਿੱਤੀਆਂ ਨ ਜਾਏ। ਅਕਾਲ ਪੁਰਖ ਵਾਹਿਗੁਰੂ ਇਹਨਾਂ ਗੁਰਮੁਖ ਜਨਾਂ ਦਾ, ਇਹਨਾਂ ਜੀਵ ਇਸਤਰੀਆਂ ਦਾ ਲੋਕ ਅਤੇ ਪ੍ਰਲੋਕ ਸਵਾਰ ਦਿੰਦਾ ਹੈ। ਅਡੋਲ ਥਾਂ ਇਹੋ ਜਿਹੀ ਬਖਸ਼ ਦਿੰਦਾ ਹੈ ਕਿ ਉਹਨਾਂ ਦੀ ਲਿਵ ਸਦਾ ਮਾਲਕ ਦੇ ਨਾਲ ਜੁੜੀ ਰਹਿੰਦੀ ਹੈ। ਉਹਨਾਂ ਦਾ ਭਟਕਣਾ, ਉਹਨਾਂ ਦੀ ਮਨ ਦੀ ਡਾਵਾਂਡੋਲਤਾ ਉਹ ਖਤਮ ਹੋ ਜਾਂਦੀ ਹੈ। ਮਾਲਕ ਉਹਨਾਂ ਦਾ ਲੋਕ ਅਤੇ ਪ੍ਰਲੋਕ ਸਵਾਰ ਦਿੰਦਾ ਹੈ। ਸੰਸਾਰ ਸਾਗਰ ਤੇ ਰੱਖੀਨ ਬਹੁੜ ਨਾ ਜਨਮੈ ਧਾਏ। ਅਤੇ ਸੰਸਾਰ ਸਮੁੰਦਰ ਤੋਂ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਬਚਾ ਲੈਂਦਾ ਹੈ, ਰੱਖ ਲੈਂਦਾ ਹੈ। ਇਹੋ ਹੀ ਸੰਸਾਰ ਸਮੁੰਦਰ ਉਹਨਾਂ ਦੇ ਲਈ ਸੁੱਖਾਂ ਦਾ ਸਮੁੰਦਰ ਹੋ ਜਾਂਦਾ ਹੈ, ਜਿਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਭਵ ਸਾਗਰ ਸੁਖ ਸਾਗਰ ਮਾਹੀ ਪੀਵ ਰਹੇ ਜਲ ਨਿਖੁੱਟਤ ਨਾਹੀ। ਇਸ ਜ਼ਿੰਦਗੀ ਦੇ ਵਿੱਚ ਕਿਰਤਕਾਰ ਕਰਦਿਆਂ, ਜ਼ਿੰਦਗੀ ਜੀਂਦਿਆਂ ਹੀ ਬੜੇ ਆਨੰਦ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਉਹ ਜਿਹੜੇ ਜੀਵ ਨੇ ਉਹ ਬੰਦਗੀ ਕਰਦੇ ਨੇ। ਇਹ ਅਕਾਲ ਪੁਰਖ ਵਾਹਿਗੁਰੂ ਦੇ ਵੱਲੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਬਖਸ਼ਿਸ਼ ਆ ਜਾਂਦੀ ਹੈ ਕਿ ਉਹਨਾਂ ਨੂੰ ਸੰਸਾਰ ਸਾਗਰ ਦੇ ਵਿੱਚ ਮਾਲਕ ਡੁੱਬਣ ਨਹੀਂ ਦਿੰਦਾ ਹੈ, ਸਗੋਂ ਸਾਗਰ ਤਰਿਓ ਬਾਸ਼ਰ ਖੋਜ ਵੱਛੇ ਦੇ ਖੋਜ ਦੇ ਵਾਂਗ। ਜਿੱਦਾਂ ਆਮ ਕਰਕੇ ਇੱਕ ਦਰਿਆ ਨੂੰ ਨਿਕਲਣਾ ਔਖਾ ਹੋਵੇ, ਪਰ ਕਿਸੇ ਗਾਂ ਦੇ ਵੱਛੇ ਦਾ ਕਦਮ ਲੱਗਾ ਹੋਵੇ ਅਤੇ ਉਹਨੂੰ ਬੰਦਾ ਛਾਲ ਮਾਰ ਕੇ ਨਿਕਲ ਜਾਂਦਾ ਹੈ। ਸੰਸਾਰ ਸਾਗਰ ਨੂੰ ਇੱਦਾਂ ਉਹ ਪਾਰ ਹੋ ਜਾਂਦੇ ਨੇ। ਬਹੁੜ ਨਾ ਜਨਮੈ ਧਾਏ, ਫਿਰ ਉਹਨਾਂ ਦੇ ਜਨਮ ਮਰਨ ਦੀ ਗੇੜ ਦੀ ਦੌੜ ਭੱਜ ਉਹਨਾਂ ਦੀ ਉਹ ਖਤਮ ਹੋ ਜਾਂਦੀ ਹੈ। ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ। ਇਹ ਵਾਹਿਗੁਰੂ ਤੂੰ ਇੰਨੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ। ਸਾਡੀ ਜ਼ੁਬਾਨ ਇੱਕ ਹੈ, ਤੇਰੇ ਅਨੇਕਾਂ ਗੁਣ ਨੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ। ਇਹ ਵਾਹਿਗੁਰੂ ਸਾਡੀ ਜ਼ੁਬਾਨ ਇੱਕ ਹੈ, ਤੇਰੇ ਅਨੇਕਾਂ ਗੁਣ ਨੇ। ਇਸ ਇੱਕ ਜ਼ੁਬਾਨ ਦੇ ਨਾਲ ਤੇਰੇ ਕਿੰਨਾ ਗੁਣਾਂ ਨੂੰ ਬੋਲਿਆ ਜਾ ਸਕਦਾ ਹੈ। ਤਰੇ ਨਾਨਕ ਚਰਣੀ ਪਾਏ। ਅਸਲ ਦੇ ਵਿੱਚ ਜਿਹੜੇ ਜੀਵ ਤੇਰੀ ਸ਼ਰਨ ਦੇ ਵਿੱਚ ਜਾਂਦੇ ਨੇ ਉਹੀ ਜੀਵ ਤਰ ਜਾਂਦੇ ਨੇ। ਇਹ ਤੇਰੀ ਵਡਿਆਈ ਹੈ। ਫਲ ਗੁਣ ਨਿਤ ਸਲਾਹੀ ਹੈ, ਜਿਸ ਨੂੰ ਤਿਲ ਨਾ ਤਮਾਏ। ਭਾਈ ਇਸ ਮਹੀਨੇ ਦੇ ਵਿੱਚ, ਫੱਗਣ ਦੇ ਮਹੀਨੇ ਦੇ ਵਿੱਚ ਨਿਤ ਉਸ ਮਾਲਕ ਨੂੰ ਸਲਾਹੀਏ ਜਿਹਨੂੰ ਆਪਣੀ ਵਡਿਆਈ ਕਰਾਉਣ ਦੀ ਲਾਲਸਾ ਨਹੀਂ ਹੈ। ਕਹਿਣ ਦਾ ਭਾਵ, ਜਿੱਥੇ ਲੋਕ ਵੱਖਰੇ ਵੱਖਰੇ ਤਰੀਕਿਆਂ ਦੇ ਤਿਉਹਾਰ ਮਨਾ ਕੇ ਨਵੀਂ ਰੁੱਤ ਦਾ ਸਵਾਗਤ ਕਰਦੇ ਨੇ, ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਦੇ ਦਿਲ ਦੇ ਵਿੱਚ ਮਾਲਕ ਪ੍ਰਗਟ ਹੋ ਗਿਆ ਉਹਨਾਂ ਨੂੰ ਇਹਨਾਂ ਤਿਉਹਾਰਾਂ ਦੇ ਨਾਲੋਂ ਵੀ ਜ਼ਿਆਦਾ ਆਨੰਦ ਉਹਨਾਂ ਦੇ ਅੰਦਰ ਬਣਦਾ ਹੈ। ਅਤੇ ਸਦਾ ਹੀ ਉਸ ਮਾਲਕ ਨੂੰ ਸਲਾਹੀਏ ਜਿਹਨੂੰ ਆਪਣੀ ਵਡਿਆਈ ਕਰਾਉਣ ਦੀ ਲਾਲਸਾ ਨਹੀਂ ਹੈ ਵੀ ਲੋਕ ਮੇਰੀ ਵਡਿਆਈ ਕਰਨ। ਉਸ ਮਾਲਕ ਨੂੰ ਧਿਆਈਏ। ਇਸੇ ਹੀ ਬਾਣੀ ਦਾ ਆਖਰੀ ਜਿਹੜਾ ਪਦਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਖਸ਼ਿਆ ਹੈ, ਕਿਉਂਕਿ ਸਤਿਗੁਰੂ ਜੀ ਦਾ ਉਪਦੇਸ਼ ਇਹ ਨਹੀਂ ਹੈ ਕਿ ਅਸੀਂ ਮਹੀਨਿਆਂ ਦੇ ਨਾਲ ਜੁੜਨਾ ਹੈ। ਮਹੀਨਿਆਂ ਦੇ ਨਾਮ ਵਰਤ ਕੇ ਅਤੇ ਮਹਾਰਾਜ ਜੀ ਨੇ ਸਾਨੂੰ ਗੁਰਮਤਿ ਦੀ, ਅਕਾਲ ਪੁਰਖ ਵਾਹਿਗੁਰੂ ਦੀ ਗੱਲ ਦੱਸੀ ਹੈ। ਹਜ਼ੂਰ ਕਹਿੰਦੇ ਨੇ ਕਿਸੇ ਬੰਦੇ ਨੇ ਕਿਸੇ ਵੀ ਮਹੀਨੇ ਦੇ ਵਿੱਚ, ਚਾਹੇ ਉਹ ਚੇਤ ਹੈ, ਹਾੜ ਹੈ, ਜਾਂ ਇਸ ਤੋਂ ਇਲਾਵਾ ਵਿਸਾਖ ਹੈ, ਜੋ ਵੀ ਹੈ, ਜਿਨ ਜਿਨ ਨਾਮ ਧਿਆਇਆ, ਜਿਸ ਵੀ ਮਹੀਨੇ ਦੇ ਵਿੱਚ ਜਿਸ ਜਿਸ ਮਨੁੱਖ ਨੇ ਨਾਮ ਧਿਆਇਆ ਹੈ, ਤਿਨ ਕੇ ਕਾਜ ਸਰੇ, ਉਹਦੀ ਜ਼ਿੰਦਗੀ ਦੇ ਕਾਰਜ ਸਫਲ ਹੋ ਜਾਂਦੇ ਨੇ। ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੇ। ਜਿਨ੍ਹਾਂ ਨੇ ਪੂਰੇ ਗੁਰੂ ਨੂੰ ਆਰਾਧਿਆ ਹੈ, ਭਾਵ ਕਿ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਪੂਰੇ ਗੁਰੂ ਦੇ ਦੁਆਰਾ ਕੀਤੀ ਹੈ, ਪੂਰੇ ਗੁਰੂ ਦੀ ਬਾਣੀ ਨੂੰ ਜਿਨ੍ਹਾਂ ਨੇ ਜੀਵਿਆ ਹੈ, ਦਰਗਾਹ ਸੱਚ ਖਰੇ, ਉਹ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਖਰੇ ਨੇ, ਭਾਵ ਕਿ ਕਬੂਲ ਨੇ, ਸੁਰਖਰੂ ਹੋ ਜਾਂਦੇ ਨੇ ਉੱਥੇ। ਸਰਬ ਸੁੱਖਾ ਨਿਧ ਚਰਨ ਹਰ ਭਉ ਜਲ ਬਿਖਮ ਤਰੇ। ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਚਰਨ ਨੇ, ਭਾਵ ਕਿ ਉਹਦੀ ਜਿਹੜੀ ਹਸਤੀ ਹੈ, ਉਹ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਸਾਰੇ ਸੁੱਖ ਉੱਥੇ ਨੇ। ਜਿਹੜੇ ਜੀਵ ਇਹਨਾਂ ਚਰਨਾਂ ਦੇ ਨਾਲ ਜੁੜਦੇ ਨੇ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਦੇ ਨੇ, ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਨੇ। ਭੌਜਲ ਬਿਖਮ ਤਰੇ, ਬਿਖਮ ਭੌਜਲ ਤੋਂ ਉਹ ਤਰ ਜਾਂਦੇ ਨੇ। ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੇ ਜਰੇ। ਪਿਆਰ ਦੀ ਭਗਤੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਫਿਰ ਉਹ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਨਹੀਂ ਸੜਦੇ। ਜਿੱਥੇ ਪਿਆਰ ਹੈ ਉੱਥੇ ਸਾੜਾ ਨਹੀਂ ਹੈ। ਇਸ ਕਰਕੇ ਪਿਆਰ ਦੀ ਭਗਤੀ ਉਹਨਾਂ ਦੇ ਪੱਲੇ ਹੈ। ਕੂੜ ਗਏ ਦੁਬਿਧਾ ਨੱਸੀ ਪੂਰਨ ਸੱਚ ਭਰੇ। ਉਹਨਾਂ ਦੇ ਅੰਦਰੋਂ ਵਿਅਰਥ ਜਿਹੜੇ ਝੂਠੇ ਲਾਲਚ ਨੇ, ਅੰਦਰ ਦੀਆਂ ਜੋ ਦੁਬਿਧਾਵਾਂ ਨੇ, ਇਹ ਸਾਰਾ ਕੁਝ ਖਤਮ ਹੋ ਜਾਂਦਾ ਹੈ।
ਵਿਅਰਥ ਦੇ ਝੂਠੇ ਲਾਲਚ, ਮਨ ਦੀ ਭਟਕਣਾ, ਦੁਬਿਧਾ, ਡੁਐਲਿਟੀ, ਇਹ ਸਾਰੀ ਨੱਸ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਪੂਰਨ ਸੱਚ ਭਰੇ ਪੂਰਨ ਤੌਰ ਦੇ ਉੱਤੇ ਮੁਕੰਮਲ ਹੋ ਜਾਂਦੇ ਨੇ ਸੱਚ ਦੇ ਨਾਲ, ਭਾਵ ਕਿ ਵਾਹਿਗੁਰੂ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਪਾਰ ਬ੍ਰਹਮ ਪ੍ਰਭ ਸੇਵਦੇ, ਮਨ ਅੰਦਰ ਏਕ ਧਰੇ। ਉਹ ਆਪਣੇ ਮਨ ਦੇ ਵਿੱਚ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਟਿਕਾ ਕੇ, ਮਾਲਕ ਨੂੰ ਵਸਾ ਕੇ ਉਹਨੂੰ ਹੀ ਸੇਵਦੇ ਨੇ, ਉਹਦਾ ਹੀ ਧਿਆਨ ਕਰਦੇ ਨੇ। ਹਜ਼ੂਰ ਕਹਿੰਦੇ ਨੇ ਫਿਰ ਮਾਹ ਦਿਵਸ ਮਹੂਰਤ ਭਲੇ, ਜਿਸ ਕੋ ਨਦਰ ਕਰੇ। ਜਿਹਦੇ ਉੱਤੇ ਵਾਹਿਗੁਰੂ ਆਪਣੀ ਮਿਹਰ ਕਰਦਾ ਹੈ, ਜਿਹਨੂੰ ਨਾਮ ਜਪਣ ਦੀ ਦਾਤ ਬਖਸ਼ਦਾ ਹੈ। ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਜਿਨ੍ਹਾਂ ਨੂੰ ਇਹ ਦਾਤਾਂ ਬਖਸ਼ ਦਿੰਦਾ ਹੈ, ਹਜ਼ੂਰ ਕਹਿੰਦੇ ਉਹਨਾਂ ਦੇ ਲਈ ਫਿਰ ਇਹ ਨਹੀਂ ਕਿ ਇੱਕ ਮਹੀਨਾ ਚੰਗਾ ਹੈ ਅਤੇ ਦੂਜਾ ਮਹੀਨਾ ਬੁਰਾ ਹੈ। ਹਜ਼ੂਰ ਕਹਿੰਦੇ ਉਹਨਾਂ ਲਈ ਸਾਰੇ ਮਹੀਨੇ, ਦਿਨ, ਮੂਰਤ, ਹਰ ਸਮਾਂ ਹੀ ਉਹਨਾਂ ਦੇ ਲਈ ਚੰਗਾ ਹੋ ਜਾਂਦਾ ਹੈ, ਜਿਨ੍ਹਾਂ ਦੇ ਉੱਤੇ ਮਾਲਕ ਆਪਣੀ ਨਿਗਾਹ ਕਰਦਾ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ, ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਐ ਵਾਹਿਗੁਰੂ ਜੀਓ, ਮੈਂ ਤੁਹਾਡੇ ਦਰ ਤੋਂ ਇਹ ਦਾਨ ਮੰਗਦਾ ਹਾਂ ਕਿ ਮੈਨੂੰ ਕਿਰਪਾ ਕਰੋ, ਆਪਣਾ ਦਾਨ ਬਖਸ਼ੋ, ਕਿਰਪਾ ਕਰੋ, ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ। ਤੁਹਾਡੇ ਦੀਦਾਰਾਂ ਦੀ ਮੈਨੂੰ ਦਾਤ ਹੈ। ਸਤਿਗੁਰੂ ਜੀ ਨੇ ਪਹਿਲੇ ਜਦੋਂ ਉਪਦੇਸ਼ ਬਖਸ਼ਿਆ ਹੈ ਤੇ ਹਜ਼ੂਰ ਕਹਿੰਦੇ ਨੇ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਉੱਥੇ ਵੀ ਸੱਚੇ ਪਾਤਸ਼ਾਹ ਨੇ ਕਿਹਾ ਹੈ ਕਿ ਸੱਚੇ ਪਾਤਸ਼ਾਹ ਆਪਣੇ ਸੁਭਾਅ ਦੇ ਕਰਕੇ ਅਸੀਂ ਵਿਛੜ ਜਾਂਦੇ ਹਾਂ, ਸਾਨੂੰ ਆਪਣੇ ਨਾਲ ਮਿਲਾਵੋ। ਇੱਥੇ ਵੀ ਮਹਾਰਾਜ ਨੇ ਕਿਰਪਾ ਕੀਤੀ ਹੈ। ਅਰਦਾਸ ਹੈ ਕਿ ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਐ ਵਾਹਿਗੁਰੂ ਜੀਓ, ਕਿਰਪਾ ਕਰੋ, ਤੁਹਾਡੇ ਦਰਸ਼ਨ ਦਾ ਦਾਨ ਤੁਹਾਡੇ ਦਰ ਦੇ ਉੱਤੋਂ ਮੰਗਦੇ ਹਾਂ। ਇਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਸਭ ਤੋਂ ਮੁੱਖ ਜਿਹੜੀ ਗੱਲ ਹੈ ਕਿ ਮਹਾਰਾਜ ਜੀ ਦਾ ਉਪਦੇਸ਼ ਸਾਨੂੰ ਇਸ ਗੱਲ ਦਾ ਹੈ ਕਿ ਜਿੱਥੇ ਰੁੱਤਾਂ ਦੇ ਵਿੱਚ ਲੋਕ ਰੁੱਤਾਂ ਦੇ ਤਿਉਹਾਰਾਂ ਦੇ ਨਾਲ ਜੁੜਦੇ ਨੇ, ਉੱਥੇ ਇਹਨਾਂ ਰੁੱਤਾਂ ਨੂੰ ਬਣਾਉਣ ਵਾਲੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੀਏ। ਮਾਹਾਂ ਰੁੱਤੀ ਆਵਣਾ, ਵੇਖੋ ਕਰਮ ਕਮਾਏ। ਹਜ਼ੂਰ ਕਹਿੰਦੇ ਨੇ ਇਹ ਰੁੱਤਾਂ ਤੇ ਬਦਲਦੀਆਂ ਰਹਿੰਦੀਆਂ ਨੇ, ਪਰ ਅਸਲ ਦੇ ਵਿੱਚ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਹਨਾਂ ਰੁੱਤਾਂ ਨੂੰ ਬਣਾਇਆ ਹੈ, ਜਿਹੜੇ ਉਹਦੇ ਨਾਲ ਜੁੜਦੇ ਨੇ ਉਹ ਫਿਰ ਕਦੀ ਵੀ ਸੁੱਕਦੇ ਨਹੀਂ ਨੇ। ਸੋ ਦਿਨਾਂ ਦੇ ਨਾਲ ਨਹੀਂ ਜੁੜਨਾ ਹੈ, ਦਿਨਾਂ ਦੇ ਦੁਆਰਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ ਹੈ। ਇਹ ਪਾਵਨ ਉਪਦੇਸ਼ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਹੈ। 12 ਮਾਹ ਮਾਝ ਬਾਣੀ ਦਾ ਇਹ ਇੱਥੇ ਸਮਾਪਤੀ ਵੀ ਹੋ ਜਾਂਦੀ ਹੈ। ਲਗਭਗ 14 ਪਦੇ ਇਸ ਬਾਣੀ ਦੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਡੇ ਉੱਤੇ ਕਿਰਪਾ ਕੀਤੀ ਹੈ। ਹਰ ਮਹੀਨੇ ਦੇ ਵਿੱਚ ਮਹੀਨੇ ਦਾ ਨਾਮ ਵਰਤ ਕੇ ਤੇ ਗੁਰੂ ਸਾਹਿਬ ਨੇ ਮੌਸਮ ਦੇ ਅਨੁਸਾਰ ਸਾਨੂੰ ਉਪਦੇਸ਼ ਕੀਤਾ ਹੈ। ਇਸ ਬਾਣੀ ਦੇ ਭਾਵ ਨੂੰ ਸਮਝੀਏ, ਇਸ ਬਾਣੀ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।